ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਅਕਾਲ ਐਜੂਕੇਸ਼ਨ ਦੇ ਉੱਤੇ। ਜਿਵੇਂ ਕਿ ਆਪਾਂ ਜਾਣਦੇ ਹਾਂ, ਆਪਾਂ ਨੇ ਸ਼ੁਰੂ ਕੀਤੀ ਸੀ ਵਾਇਰਮੈਨ ਟ੍ਰੇਡ ਦੇ MCQs ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਸੀ। 3 ਵੀਡੀਓਜ਼ ਆਪਣੀਆਂ ਆ ਚੁੱਕੀਆਂ ਨੇ। ਆਪਾਂ ਨੇ 51 ਕੁਐਸਚਨ ਕਰ ਚੁੱਕੇ ਨੇ ਟੋਟਲ, ਅਤੇ ਅੱਜ ਆਪਾਂ 52ਵਾਂ ਕੁਐਸਚਨ ਤੋਂ ਆਪਾਂ ਨੇ ਸ਼ੁਰੂ ਕਰ ਰਹੇ ਨੇ MCQs। ਸੋ ਇਹ ਕੁਇੱਕ ਰਿਵੀਜ਼ਨ ਵਾਸਤੇ ਨੇ ਜੀ ਇਹ, ਠੀਕ ਹੈ। ਆਪਾਂ ਪੇਪਰ ਤੋਂ ਪਹਿਲਾਂ ਕੀ ਆ, ਆਪਾਂ ਆਪਣੀ ਰਿਵੀਜ਼ਨ ਕਰਨੀ ਹੈਗੀ। ਸੋ ਆਪਾਂ ਆਪਣੇ ਆਪ ਨੂੰ ਟੈਸਟ ਕਰਨਾ, ਆਪਾਂ ਕਿੰਨਾ ਪੜ੍ਹਿਆ ਕਿੰਨਾ ਸਿੱਖਿਆ। ਸੋ ਇਸ ਦੇ ਲਈ ਆਪਾਂ ਅੱਜ 52ਵੇਂ ਕੁਐਸਚਨ 'ਤੇ ਆਏਗਾ। 52ਵਾਂ ਕੁਐਸਚਨ ਕਹਿੰਦਾ ਕੀ ਹੈ ਜੀ, ਵਾਟ ਇਜ਼ ਦਾ ਰੀਡਿੰਗ ਆਫ ਗਲਵੈਨੋਮੀਟਰ ਇਨ ਵੀਟਸਟੋਨ ਬ੍ਰਿਜ ਐਟ ਬੈਲੈਂਸਡ ਸਟੇਜ। ਜਦੋਂ ਕਹਿੰਦੇ ਜੀ ਵੀਟਸਟੋਨ ਬ੍ਰਿਜ ਆਪਣਾ ਉਹ ਬੈਲੈਂਸ ਸਟੇਟ ਦੇ ਵਿੱਚ ਹੋਊਗਾ ਤਾਂ ਗਲਵੈਨੋਮੀਟਰ ਦੀ ਰੀਡਿੰਗ ਕੀ ਹੋਊਗੀ। ਰਾਜੇ ਜਦੋਂ ਆਪਣਾ ਵੀਟਸਟੋਨ ਬ੍ਰਿਜ ਬੈਲੈਂਸ ਆ ਤਾਂ ਉਹਦੀ ਰੀਡਿੰਗ ਕੀ ਹੋਊਗੀ, ਨਲ ਹੋਊਗੀ। ਠੀਕ ਹੈ ਜੀ, ਉਹਦੀ ਰੀਡਿੰਗ ਨਲ ਹੋਊ, ਕੋਈ ਰੀਡਿੰਗ ਨਹੀਂ ਆਣੀ ਜੀ। ਠੀਕ ਹੈ ਜੀ, ਰੀਡਿੰਗ ਕੀ ਹੋਊਗੀ, ਨਲ ਹੋਏਗੀ ਜੀ। ਸੋ ਆਨਸਰ ਆ ਗਿਆ ਆਪਣਾ C ਆਨਸਰ ਆ ਜਾਏਗਾ। ਸੋ ਉਸ ਤੋਂ ਬਾਅਦ ਅਗਲਾ ਕੁਐਸਚਨ ਆਪਣਾ ਹੈਗਾ ਜੀ, ਠੀਕ ਹੈ ਜੀ। ਅਗਲਾ ਕੁਐਸਚਨ ਆ ਗਿਆ ਆਪਣਾ 53ਵਾਂ ਕੁਐਸਚਨ, ਵਿਚ ਫਾਰਮੂਲਾ ਇਜ਼ ਯੂਜ਼ਡ ਟੂ ਕੈਲਕੂਲੇਟ ਦਾ ਵੈਲਿਊ ਆਫ ਅਨਨੋਨ ਰਜਿਸਟੈਂਸ ਇਨ ਵੀਟਸਟੋਨ ਬ੍ਰਿਜ। ਹੁਣ ਵੀਟਸਟੋਨ ਬ੍ਰਿਜ ਆਪਣਾ ਇੱਕ ਬਣਿਆ ਹੋਇਆ। ਸੋ ਇਸ ਫਿਗਰ ਨੂੰ ਆਪਾਂ ਕੀ ਕਹਿੰਦੇ ਹਾਂ, ਵੀਟਸਟੋਨ ਬ੍ਰਿਜ ਕਹਿੰਦੇ ਹੈਗੇ ਜੀ। ਠੀਕ ਹੈ ਜੀ, ਇਹਦੇ 'ਚ ਆਪਾਂ ਨੂੰ ਰਜਿਸਟੈਂਸਾਂ ਨੇ ਜੀ। ਠੀਕ ਹੈ ਜੀ, ਰਜਿਸਟੈਂਸ ਕੱਢਣ ਫਾਰਮੂਲਾ ਪੁੱਛਿਆ ਅਨਨੋਨ। ਆਹ ਦੇਖੋ ਜੀ, ਇਹ ਰਜਿਸਟੈਂਸ ਨੂੰ ਦੇ ਰੱਖਿਆ, ਇਹਨੂੰ P ਰਜਿਸਟੈਂਸ ਆ, ਇਹ Q ਰਜਿਸਟੈਂਸ ਆ, S ਰਜਿਸਟੈਂਸ ਆ। ਸੋ ਕੀ ਹੈ ਜੀ, RX, ਇਹ ਰਜਿਸਟੈਂਸ ਆਪਾਂ ਨੇ ਕੱਢਣੀ ਹੈ, ਇਹ ਕਿੰਨੀ ਆ। ਸੋ RX ਕੱਢਣ ਦਾ ਫਾਰਮੂਲਾ, ਇਹ ਰਜਿਸਟੈਂਸ ਹੈ ਜੀ, ਇਹ ਵੀ ਹੋ ਸਕਦੀ ਹੈ, ਇਹ ਵੀ ਹੋ ਸਕਦੀ ਹੈ, ਇਹ ਵੀ ਹੋ ਸਕਦੀ ਹੈ, ਕੋਈ ਮਰਜ਼ੀ ਹੋਵੇ। ਠੀਕ ਹੈ ਜੀ, ਫਾਰਮੂਲਾ ਹਮੇਸ਼ਾ ਸੇਮ ਹੀ ਰਹੇਗਾ। ਵੀਟਸਟੋਨ ਬ੍ਰਿਜ ਦੇ ਵਿੱਚ ਰਜਿਸਟੈਂਸ ਕੱਢਣ ਦਾ ਫਾਰਮੂਲਾ ਹੁੰਦਾ ਗਾ RX ਇਜ਼ ਇਕੁਅਲ ਟੂ S ਇੰਟੂ Q ਅਪੋਨ P, ਜਿਹਨੂੰ ਆਪਾਂ R2 ਅਪੋਨ R3। ਸੋ ਇੱਕ ਇਹਨੂੰ ਹੋਰ ਵੀ ਉਹਦੇ 'ਚ ਲਿਖ ਦਿੱਤੇ ਨਾ, R2 ਇੰਟੂ R3 ਬਟੇ R1। ਸੋ ਇੱਦਾਂ ਵੀ ਲਿਖ ਲਿਆ ਜਾਂਦਾ ਇਸ ਫਾਰਮੂਲੇ ਨੂੰ, RX। ਸੋ ਇਹਨੂੰ ਕੀ ਹੈ ਜੀ, ਬਟ ਕੀ ਆਪਾਂ ਨੇ ਇਹ ਫਿਗਰ ਦੇ ਅਕੋਰਡਿੰਗ ਲਿਖਣਾ ਸੀਗਾ ਫਾਰਮੂਲਾ। ਸੋ ਫਿਗਰ ਦੇ ਅਕੋਰਡਿੰਗ ਫਾਰਮੂਲਾ ਕੀ ਹੈ ਜੀ, ਆਪਣਾ B ਆਪਸ਼ਨ ਆਨਸਰ ਹੈਗੀ ਜੀ, S ਇੰਟੂ Q ਅਪੋਨ P। ਸੋ ਇਹ ਫਾਰਮੂਲਾ ਜੀ ਆਪਣਾ ਅਨਨੋਨ ਰਜਿਸਟੈਂਸ ਕੱਢਣ ਦਾ, ਜਦੋਂ ਆਪਾਂ ਰਜਿਸਟੈਂਸ ਕੱਢਣੀ ਹੈਗੀ ਵੀਟਸਟੋਨ ਬ੍ਰਿਜ ਦੇ ਵਿੱਚ। ਸੋ ਇਹ ਕੁਐਸਚਨ ਆਪਣਾ ਹੋ ਗਿਆ ਜੀ। ਅੱਗੇ ਆ ਗਏ ਆਪਾਂ 54ਵੇਂ ਕੁਐਸਚਨ 'ਤੇ। ਠੀਕ ਹੈ ਜੀ, 54ਵਾਂ ਕੁਐਸਚਨ ਕੀ ਕਹਿੰਦਾ ਜੀ, ਵਟ ਇਜ਼ ਦਾ ਕੰਡੀਸ਼ਨ ਇਫ ਜ਼ੀਰੋ ਕਰੰਟ ਇਜ਼ ਫਲੋਇੰਗ ਥਰੂ ਦਾ ਗਲਵੈਨੋਮੀਟਰ ਇਨ ਵੀਟਸਟੋਨ ਬ੍ਰਿਜ। ਵੀਟਸਟੋਨ ਬ੍ਰਿਜ ਦੇ ਵਿੱਚ ਕਹਿੰਦੇ ਜੀ ਜਦੋਂ ਜ਼ੀਰੋ ਕਰੰਟ ਫਲੋ ਕਰ ਰਿਹਾ ਹੈਗਾ, ਕਰੰਟ ਦੀ ਕਿੰਨੀ ਆ ਗਈ ਜੀ ਕੁਆਂਟਿਟੀ, ਕਰੰਟ ਜ਼ੀਰੋ ਫਲੋ ਕਰ ਰਿਹਾ ਹੈਗਾ ਗਲਵੈਨੋਮੀਟਰ ਥਰੂ। ਠੀਕ ਹੈ ਜੀ, ਤਾਂ ਕੀ ਹੈ ਜੀ, ਤਾਂ ਮਤਲਬ ਕੀ ਹੈ, ਤਾਂ ਕੰਡੀਸ਼ਨ ਕੀ ਹੋਊਗੀ ਵੀਟਸਟੋਨ ਬ੍ਰਿਜ ਦੀ। ਤਾਂ ਕੰਡੀਸ਼ਨ ਕੀ ਹੋਊਗੀ ਜੀ, ਤਾਂ ਜ਼ੀਰੋ ਕਰੰਟ ਸ਼ੋ ਉਹਦੇ 'ਚੋਂ ਜੇ ਫਲੋ ਕਰ ਰਿਹਾ ਤਾਂ ਉਹਦੀ ਜਿਹੜੀ ਕੰਡੀਸ਼ਨ ਹੋਣੀ ਆ ਬੈਲੈਂਸਡ ਹੋਣਾ ਜੀ। ਠੀਕ ਹੈ ਜੀ, ਆਪਣਾ ਕੀ ਆ ਜਾਊਗਾ, ਬੈਲੈਂਸਡ ਹੋਊਗਾ ਵੀਟਸਟੋਨ ਬ੍ਰਿਜ ਜਦੋਂ ਉਹਦੇ ਵਿੱਚੋਂ ਕਰੰਟ ਕੀ ਹੈ, ਜ਼ੀਰੋ ਫਲੋ ਕਰ ਰਿਹਾ ਹੈਗਾ। ਸੋ ਅਗਲਾ ਕੁਐਸਚਨ ਆ ਗਿਆ ਜੀ। ਇਹ ਕੁਐਸਚਨ ਆਪਣਾ ਵੀਟਸਟੋਨ ਬ੍ਰਿਜ ਦੇ ਹੀ ਰਿਲੇਟਡ ਕੁਐਸਚਨ ਨੇ। ਕੁਐਸਚਨ ਕੀ ਕਹਿ ਰਿਹਾ ਆਪਣਾ, ਕੈਲਕੂਲੇਟ ਦਾ ਵੈਲਿਊ ਆਫ ਅਨਨੋਨ ਰਜਿਸਟੈਂਸ। ਅਨਨੋਨ ਰਜਿਸਟੈਂਸ ਦੀ ਵੈਲਿਊ ਆਪਾਂ ਨੇ ਫਾਈਂਡ ਆਊਟ ਕਰਨੀ ਹੈਗੀ ਇਹਨਾਂ ਵੀਟਸਟੋਨ ਬ੍ਰਿਜ ਦੇ ਵਿੱਚ, ਜਿਹੜਾ ਕੀ ਆ ਬੈਲੈਂਸ ਕੰਡੀਸ਼ਨ ਦੇ ਵਿੱਚ ਹੈਗਾ। ਉਹਦੀ ਕੰਡੀਸ਼ਨ ਕੀ ਆ, ਬੈਲੈਂਸਡ ਆ, ਮਤਲਬ ਉਹਦੇ 'ਚ ਕਰੰਟ ਕੀ ਹੈ ਜੀ, ਜ਼ੀਰੋ ਹੈ। ਸੋ ਇਹਦੇ 'ਚ ਕੀ ਹੈ ਜੀ, ਕਰੰਟ ਜ਼ੀਰੋ ਹੈ। ਸੋ ਆਪਾਂ ਨੇ ਕੀ ਹੈ ਜੀ, ਆਪਾਂ ਨੇ ਜਿਹੜੀ ਰਜਿਸਟੈਂਸ ਦੱਸਣੀ ਹੈਗੀ ਜਿਹੜੀ ਆਪਾਂ ਨੂੰ ਪਤਾ ਨਹੀਂ। ਆਪਾਂ ਨੂੰ 3 ਰਜਿਸਟੈਂਸਾਂ ਦੇ ਰੱਖੀਆਂ ਨੇ, P ਦੇ ਰੱਖਿਆ, ਠੀਕ ਹੈ ਜੀ, S ਦੇ ਰੱਖਿਆ ਅਤੇ Q ਦੇ ਰੱਖਿਆ ਹੈਗਾ। ਆਪਾਂ ਨੂੰ 3 ਰਜਿਸਟੈਂਸਾਂ ਦੇ ਰੱਖੀਆਂ ਨੇ। ਸੋ ਆਪਾਂ ਨੇ ਵੈਲਿਊ ਦੇਖਣੀ ਆ ਸਭ ਤੋਂ ਪਹਿਲਾਂ। P ਦੀ ਵੈਲਿਊ ਕਿੰਨੀ ਦੇ ਰੱਖੀ ਹੈ ਜੀ, 350 ਓਮ। ਉਸ ਤੋਂ ਬਾਅਦ 200 ਅਤੇ 420। ਫਿਰ S ਦੀ ਵੈਲਿਊ ਕਿੰਨੀ ਹੈਗੀ, 200 ਓਮ, ਅਤੇ ਕੀ ਹੈ ਜੀ Q ਦੀ ਕਿੰਨੀ ਹੈ ਜੀ, 420 ਓਮ। ਇਹ ਆਪਾਂ ਨੂੰ 3 ਰਜਿਸਟੈਂਸਾਂ ਦੇ ਰੱਖੀਆਂ ਨੇ। ਆਪਾਂ ਨੂੰ ਇੱਕ ਰਜਿਸਟੈਂਸ ਨਹੀਂ ਪਤਾ। ਠੀਕ ਹੈ ਜੀ, ਆਪਾਂ ਨੂੰ ਇੱਕ ਰਜਿਸਟੈਂਸ ਨਹੀਂ ਪਤਾ ਹੈਗੀ RX ਦਾ ਫਾਰਮੂਲਾ ਕੀ ਸੀਗਾ ਜੀ, ਫਾਰਮੂਲਾ ਆਪਾਂ ਨੂੰ ਪਤਾ ਹੀ ਸੀਗਾ, S ਇੰਟੂ Q ਅਪੋਨ P। ਠੀਕ ਹੈ ਜੀ, 420 ਗੁਣਾ 200 ਬਟੇ 35। ਸੋ ਇਹਨੂੰ ਆਪਾਂ ਨੇ ਸੋਲਵ ਕਰ ਲੈਣਾ ਜੀ। ਸੋਲਵ ਕਰ ਲਿਆ, ਜ਼ੀਰੋ ਨਾਲ ਆਪਾਂ ਨੇ ਜ਼ੀਰੋ ਕੱਟਤੀ, 7 ਦੇ ਪਹਾੜੇ 'ਤੇ ਜਾ ਰਿਹਾ, 7 ਛਿਕਾ 42, 7 ਪੰਜਾ
35, 5 एकम 5, 5 चौका 20, 6 जीरो 0, 6 चौका 24, 240 ओम। ठीक है जी, अपना आंसर की आ गया जी? आंसर अपना आ गया 240 ओम आंसਰ आ गया। आई होप ਤੁਹਾਨੂੰ ਸਮਝ ਲੱਗ ਗਈ ਹੋਣੀ ਹੈਗੀ। ਫਾਰਮੂਲੇ ਦੇ ਵਿੱਚ ਆਪਾਂ ਨੇ ਇੱਦਾਂ ਵੈਲਿਊ ਪੁੱਟ ਕਰਕੇ ਜੀ ਇੱਦਾਂ ਸੋਲਵ ਕਰਨੀ ਆ, ਆਪਾਂ ਨੇ ਰੈਜ਼ਿਸਟੈਂਸ ਕੱਢਣੀ ਆ। ਸੋ ਇੱਕ ਤੁਹਾਨੂੰ ਇਹ ਨੂਮੈਰੀਕਲ ਕਰਕੇ ਦਿਖਾਤਾ। ਇੱਦਾਂ ਤੁਸੀਂ ਵੀਟਸਟੋਨ ਬ੍ਰਿਜ ਦੇ ਵਿੱਚ ਕੀ ਹੈ ਜੀ ਆਪਣਾ ਫਾਈਂਡ ਆਊਟ ਕਰਨੀਆਂ ਨੇ ਰੈਜ਼ਿਸਟੈਂਸਾਂ। ਸੋ ਅਗਲਾ ਕੁਐਸਚਨ ਆ ਗਿਆ ਆਪਣਾ 56ਵਾਂ ਕੁਐਸਚਨ ਆ, ਕਹਿੰਦੇ ਵਿਚ ਇਜ਼ ਕੰਡਕਟਰ। ਆ ਚਾਰਾਂ ਦੇ ਵਿੱਚੋਂ ਕੰਡਕਟਰ ਕੀ ਹੈ? ਵੁੱਡ, ਜ਼ਿੰਕ, ਰਬਰ ਤੇ ਮਾਈਕਾ। ਇਹਨਾਂ ਚਾਰਾਂ ਚੋਂ ਕੰਡਕਟਰ ਕੀ ਹੈ? ਵੁੱਡ ਤਾਂ ਆਪਾਂ ਨੂੰ ਪਤਾ ਹੀ ਆ ਇੰਸੂਲੇਟਰ ਆ, ਕਰੰਟ ਪਾਸ ਹੀ ਨਹੀਂ ਹੁੰਦਾ। ਰਬਰ ਵੀ ਇੰਸੂਲੇਟਰ ਆ, ਇਹ ਚੋਂ ਵੀ ਕਰੰਟ ਨਹੀਂ ਪਾਸ ਹੁੰਦਾ। ਮਾਈਕਾ ਵੀ ਇੰਸੂਲੇਟਰ ਆ, ਕਰੰਟ ਨਹੀਂ ਪਾਸ ਹੁੰਦਾ। ਬਚਿਆ ਕੀ ਆ ਆਪਣੇ ਲਵੇ? ਜ਼ਿੰਕ। ਸੋ ਜ਼ਿੰਕ ਕੀ ਹੈ? ਇੱਕ ਕੰਡਕਟਰ ਆ, ਇਹਦੇ ਵਿੱਚੋਂ ਦੀ ਕੀ ਹੈ ਕਰੰਟ ਪਾਸ ਹੋ ਜਾਂਦਾ ਜੀ। ਸੋ ਉਸ ਤੋਂ ਬਾਅਦ ਅਗਲਾ ਕੁਐਸਚਨ ਆ ਗਿਆ, ਵਟ ਇਜ਼ ਦਾ ਪ੍ਰੋਪਰਟੀ ਆਫ ਗੁੱਡ ਕੰਡਕਟਰ। ਗੁੱਡ ਕੰਡਕਟਰ ਦੀ ਪ੍ਰੋਪਰਟੀ ਕੀ ਹੋਊਗੀ ਜੀ? ਉਹਦੀ ਕੀ ਆ? ਰਜਿਸਟੈਂਸ ਲੋ ਹੋਊਗੀ। ਗੁੱਡ ਕੰਡਕਟਰ ਉਹੀ ਵਧੀਆ ਗਾ ਜਿਹਦੀ ਕੀ ਰਜਿਸਟੈਂਸ ਘੱਟ ਹੋਵੇ, ਯਾਨੀ ਕਿ ਆਪਣੇ ਵਿੱਚੋਂ ਵੱਧ ਤੋਂ ਵੱਧ ਕਰੰਟ ਨੂੰ ਪਾਸ ਕਰ ਦੇਵੇ। ਸੋ ਕੀ ਹੈ ਜੀ? ਮਸਟ ਹੈਵ ਲੋ ਰਜਿਸਟੈਂਸ। ਜਿਹਦੀ ਰਜਿਸਟੈਂਸ ਘੱਟ ਹੋਊਗੀ ਆਪਣੇ ਅੰਦਰੋਂ ਵੱਧ ਤੋਂ ਵੱਧ ਕਰੰਟ ਪਾਸ ਕਰਵਾਊਗਾ, ਉਹੀ ਕੀ ਹੈ ਜੀ ਆਪਣਾ ਇੱਕ ਗੁੱਡ ਕੰਡਕਟਰ ਹੈਗਾ। ਸੋ ਅੱਗੇ ਆ ਗਿਆ 58ਵਾਂ ਕੁਐਸਚਨ, ਵਟ ਇਜ਼ ਦਾ ਐਡਵਾਂਟੇਜ ਆਫ ਸਟੈਂਡਰਡ ਕੰਡਕਟਰ ਕੰਪੇਅਰ ਟੂ ਸੋਲਿਡ ਕੰਡਕਟਰ। ਸਟੈਂਡਰਡ ਕੰਡਕਟਰ ਤੇ ਸੋਲਿਡ ਕੰਡਕਟਰ। ਠੀਕ ਆ, ਸੋਲਿਡ ਕੰਡਕਟਰ ਕੀ ਹੈ? ਜਿਹੜੀ ਇੱਕ ਸਿੰਗਲ ਤਾਰ ਦੇ ਵਿੱਚ ਦੀ ਜਾ ਰਹੇ ਹੈਗਾ। ਠੀਕ ਹੈ ਜੀ, ਮੋਟੀ ਤਾਰ ਆ, ਸਿੰਗਲ ਤਾਰ। ਸਟੈਂਡਰਡ ਕੀ ਆ? ਨੰਬਰ ਆਫ ਤਾਰਾਂ ਮਿਲ ਕੇ ਆਪਸ ਦੇ ਵਿੱਚ ਬਟੇ ਖਾ ਕੇ ਜਿਹੜੀ ਤਾਰ ਬਣਾਉਂਦੀਆਂ ਨੇ ਉਹਨੂੰ ਆਪਾਂ ਉਸ ਕੰਡਕਟਰ ਨੂੰ ਆਪਾਂ ਕੀ ਕਹਿ ਦਿੰਦੇ ਆ? ਉਸ ਕੰਡਕਟਰ ਨੂੰ ਆਪਾਂ ਸਟੈਂਡਰਡ ਕੰਡਕਟਰ ਕਹਿ ਦਿੰਦੇ ਆ। ਸੋ ਜਿਹੜੀ ਆ ਸਟੈਂਡਰਡ ਕੰਡਕਟਰ ਆ ਜੀ, ਇਹਦੀ ਐਡਵਾਂਟੇਜ ਕੀ ਹੁੰਦੀ ਆ? ਇਹ ਫਲੈਕਸੀਬਲ ਹੁੰਦਾ ਰਾ ਜੀ, ਇਹ ਜ਼ਿਆਦਾ ਤੋਂ ਜ਼ਿਆਦਾ ਸਟਰੈਸ ਨੂੰ ਝੱਲ ਸਕਦਾ ਗਾ, ਇਹ ਫਲੈਕਸੀਬਲ ਹੁੰਦਾ ਗਾ। ਠੀਕ ਹੈ, ਉਸ ਤੋਂ ਬਾਅਦ ਅਗਲਾ ਆ ਗਿਆ ਆਪਣਾ 59ਵਾਂ ਕੁਐਸਚਨ, ਵਟ ਇਜ਼ ਦਾ ਮੇਨ ਪ੍ਰੋਪਰਟੀ ਆਫ ਐਨ ਇੰਸੂਲੇਟਰ। ਇੰਸੂਲੇਟਰ ਦੀ ਪ੍ਰੋਪਰਟੀ ਕੀ ਆ? ਮੇਨ ਪ੍ਰੋਪਰਟੀ ਇੰਸੂਲੇਟਰ ਦੀ ਹੁੰਦੀ ਹੈ ਜੀ ਇਹਦੀ ਡਾਈਲੈਕਟ੍ਰਿਕ ਸਟਰੈਂਥ ਹੁੰਦੀ ਹੈ ਜਿਹੜੀ ਉਹ ਹਾਈ ਹੁੰਦੀ ਹੈ। ਕੀ ਹੁੰਦੀ ਹੈ ਜੀ? ਡਾਈਲੈਕਟ੍ਰਿਕ ਸਟਰੈਂਥ ਜਿਹੜੀ ਕੀ ਹੁੰਦੀ ਆ? ਹਾਈ ਹੁੰਦੀ ਹੈਗੀ। ਲੋ ਰਜਿਸਟੈਂਸ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਇੰਸੂਲੇਟਰ ਦਾ ਰਜਿਸਟੈਂਸ ਤਾਂ ਉਹਦੀ ਹਾਈ ਹੋਈ ਹੋਊਗੀ। ਸੋ ਇਹ ਤਾਂ ਹੋ ਹੀ ਨਹੀਂ ਸਕਦਾ ਹੈਗਾ। ਠੀਕ ਹੈ ਜੀ, ਹਾਈ ਡਾਈਲੈਕਟ੍ਰਿਕ ਸਟਰੈਂਥ ਹੁੰਦੀ ਹੈਗੀ ਇੱਕ ਇੰਸੂਲੇਟਰ ਦੀ ਮੇਨ ਪ੍ਰੋਪਰਟੀ। ਸੋ ਅਗਲਾ ਆ ਗਿਆ, ਵਟ ਇਜ਼ ਦਾ ਵੋਲਟੇਜ ਗ੍ਰੇਡਿੰਗ ਰੇਂਜ ਆਫ ਹਾਈ ਵੋਲਟੇਜ। ਠੀਕ ਹੈ ਜੀ, ਹੁਣ ਵੋਲਟੇਜ ਗ੍ਰੇਡਿੰਗ ਰੇਟ ਠੀਕ ਹੈ ਜੀ ਆਪਣੀ ਹੁੰਦੀ ਆ ਵੋਲਟੇਜ ਗ੍ਰੇਡਿੰਗ ਹੁੰਦੀ ਹੈਗੀ ਕੀ ਹੁੰਦੀ ਆ? ਲੋ ਵੋਲਟੇਜ। ਠੀਕ ਹੈ ਜੀ, ਮੀਡੀਅਮ ਵੋਲਟੇਜ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਹਾਈ ਵੋਲਟੇਜ। ਠੀਕ ਹੈ, ਇਹ ਤਿੰਨ ਤਰ੍ਹਾਂ ਦੀ ਆਪਣੀ ਵੋਲਟੇਜ ਆਉਂਦੀ ਹੈਗੀ। ਲੋ ਵੋਲਟੇਜ ਕਿਹੜੀ ਹੁੰਦੀ ਹੈਗੀ? 0 ਵੋਲਟ ਤੋਂ 250 ਵੋਲਟ। ਇਹ ਇਸ ਨੂੰ ਆਪਾਂ ਕਹਾਂਗੇ ਲੋ ਵੋਲਟੇਜ ਗ੍ਰੇਡ ਦੇ ਵਿੱਚ ਲਵਾਂਗੇ 0 ਤੋਂ 250 ਵੋਲਟ ਨੂੰ। ਠੀਕ ਹੈ ਜੀ, ਮੀਡੀਅਮ ਦੇ ਵਿੱਚ ਕੀ ਆ ਜਾਊਗਾ ਜੀ? ਮੀਡੀਅਮ ਦੇ ਵਿੱਚ ਆ ਜਾਊਗਾ ਆਪਣਾ 250 ਵੋਲਟ ਤੋਂ ਲੈ ਕੇ 650 ਵੋਲਟ ਤੱਕ ਦੀ ਜਿਹੜੀ ਮਤਲਬ ਕੀ ਆ ਆਪਣੀ ਵੋਲਟੇਜ ਆ ਉਹਨੂੰ ਆਪਾਂ ਲਵਾਂਗੇ ਮੀਡੀਅਮ ਵੋਲਟੇਜ ਗ੍ਰੇਡ ਦੇ ਵਿੱਚ। ਠੀਕ ਹੈ ਜੀ, ਤੇ ਹਾਈ ਵੋਲਟੇਜ ਰੇਂਜ ਕਿਹੜੀ ਆ ਜਾਂਦੀ ਜੀ? ਹਾਈ ਵੋਲਟੇਜ ਗ੍ਰੇਡ ਆ ਜਾਂਦੀ ਹੈਗੀ 650 ਵੋਲਟ ਤੋਂ ਲੈ ਕੇ ਠੀਕ ਹੈ ਜੀ, ਉਸ ਤੋਂ ਬਾਅਦ ਚਲੀ ਜਾਂਦੀ ਹੈਗੀ 33,000 ਵੋਲਟ ਤੱਕ। 33,000 ਵੋਲਟ ਤੱਕ ਚਲੀ ਜਾਂਦੀ ਹੈ। ਇਹਨੂੰ ਆਪਾਂ ਬੋਲਦੇ ਹੈਗੇ ਜੀ ਹਾਈ ਵੋਲਟੇਜ ਰੇਂਜ। ਸੋ ਕੀ ਹੈ? ਤਿੰਨ ਤਰ੍ਹਾਂ ਦੀ ਰੇਂਜ ਹੁੰਦੀ ਆ, ਆਪਾਂ ਨੇ ਯਾਦ ਕਰਨੀ ਹੈਗੀ। ਲੋ ਵੋਲਟੇਜ 0 ਤੋਂ 250, ਮੀਡੀਅਮ 250 ਤੋਂ 650, ਹਾਈ ਹੁੰਦੀ ਆ 650 ਤੋਂ 33,000 ਵੋਲਟ। ਸੋ ਆਪਾਂ ਨੂੰ ਹਾਈ ਵੋਲਟੇਜ ਰੇਂਜ ਪੁੱਛਿਆ ਹੈਗਾ। ਹਾਈ ਵੋਲਟੇਜ ਰੇਂਜ ਕਿਹੜੀ ਹੈ ਜੀ? ਆਪਣੀ ਬੀ ਆਪਸ਼ਨ ਆ 650 ਤੋਂ 33,000 ਵੋਲਟ। ਅਗਲਾ ਕੁਐਸਚਨ ਵੀ ਇਹਦੇ ਨਾਲ ਹੀ ਰਿਲੇਟਡ ਆ, ਵਿੱਚ ਵੋਲਟੇਜ ਗ੍ਰੇਡਿੰਗ 1100 ਵੋਲਟ। 1100 ਵੋਲਟ ਕਿਹੜੀ ਗ੍ਰੇਡਿੰਗ ਆ? 1100 ਵੋਲਟ ਕੀ ਹੈ ਜੀ? ਹਾਈ ਵੋਲਟੇਜ ਗ੍ਰੇਡਿੰਗ ਆ। ਕਿਹੜੀ ਹੈ ਜੀ? ਹਾਈ ਵੋਲਟੇਜ ਗ੍ਰੇਡਿੰਗ ਆ 1100 ਵੋਲਟ। ਸੋ ਇੱਕ ਅਗਲਾ ਕੁਐਸਚਨ ਫੇਰ ਆ ਗਿਆ ਜੀ, ਕਹਿੰਦੇ ਵਾਟ ਇਜ਼ ਦਾ ਵੋਲਟੇਜ ਗ੍ਰੇਡਿੰਗ ਰੇਂਜ ਆਫ ਮੀਡੀਅਮ ਵੋਲਟੇਜ। ਮੀਡੀਅਮ ਵੋਲਟੇਜ ਕਿਹੜੀ ਹੁੰਦੀ ਹੈ ਜੀ? 250 ਤੋਂ 650 ਵੋਲਟ। ਉਸ ਤੋਂ ਬਾਅਦ ਅਗਲਾ ਜੀ, ਵਿਚ ਲਾ ਸਟੇਟ ਦਾ ਰਿਲੇਸ਼ਨ ਬਿਟਵੀਨ ਦਾ ਵੋਲਟੇਜ ਕਰੰਟ ਐਂਡ ਰੈਜ਼ਿਸਟੈਂਸ ਇਨ ਅ ਕਲੋਜ਼ ਸਰਕਟ। ਇੱਕ ਕਲੋਜ਼ ਸਰਕਟ ਦੇ ਵਿੱਚ ਜਦੋਂ ਟੈਂਪਰੇਚਰ ਆਪਣਾ ਕੌਨਸਟੈਂਟ ਹੈਗਾ ਠੀਕ ਹੈ ਜੀ, ਉਦੋਂ ਜਿਹੜਾ ਰਿਲੇਸ਼ਨ ਦੱਸਦਾ ਗਾ, ਕਿਹੜਾ ਲਾ ਰਿਲੇਸ਼ਨ ਦੱਸਦਾ ਗਾ?
ਵੋਲਟੇਜ, ਕਰੰਟ ਤੇ ਰਜਿਸਟੈਂਸ, ਇਹਨਾਂ ਤਿੰਨਾਂ ਦੇ ਵਿਚਕਾਰ ਰਿਲੇਸ਼ਨ ਕਿਹੜਾ ਲਾ ਦੱਸਦਾ ਗਾ ਜਦੋਂ ਇੱਕ ਕਲੋਜ਼ ਸਰਕਟ ਦੇ ਵਿੱਚ ਟੈਂਪਰੇਚਰ ਆਪਣਾ ਕੀ ਹੈ ਜੀ ਕੌਨਸਟੈਂਟ ਆ, ਤਾਂ ਵਨ ਐਂਡ ਓਨਲੀ ਓਮਸ ਲਾ। ਠੀਕ ਆ ਜੀ, ਓਮਸ ਲਾ ਰਿਲੇਸ਼ਨ ਦੱਸਦਾ ਗਾ ਵੋਲਟੇਜ, ਕਰੰਟ ਤੇ ਰਜਿਸਟੈਂਸ ਦਾ। ਸੋ ਉਸ ਤੋਂ ਬਾਅਦ ਆ ਗਿਆ ਆਪਣਾ 64ਵਾਂ ਕੁਐਸਚਨ ਜੀ, ਵਿਚ ਇਲੈਕਟ੍ਰੀਕਲ ਕੁਆਂਟੀਟੀ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦਾ ਕਰੰਟ ਐਜ਼ ਪਰ ਓਮਸ ਲਾ। ਓਮਸ ਲਾ ਦੇ ਵਿੱਚ ਕੀ ਕਹਿ ਰਹੇ ਨੇ ਜੀ, ਕਹਿੰਦੇ ਆਈ ਦੇ ਇਨਵਰਸਲੀ ਪ੍ਰੋਪੋਰਸ਼ਨਲ ਕੀ ਹੁੰਦਾ? ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀ ਹੈ ਜੀ ਰਜਿਸਟੈਂਸ 1/R ਰਜਿਸਟੈਂਸ। ਠੀਕ ਹੈ ਜੀ, ਕਰੰਟ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀ ਹੈ ਰਜਿਸਟੈਂਸ। ਕਰੰਟ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਕੌਣ ਹੁੰਦਾ ਜੀ? ਵੋਲਟੇਜ ਹੁੰਦੀ ਹੈ। ਕਰੰਟ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਪੁੱਛ ਲਵੇ ਤਾਂ ਵੋਲਟੇਜ ਹੁੰਦੀ ਹੈ ਜੀ, ਇਹ ਯਾਦ ਰੱਖਣੇ ਆਪਾਂ ਨੇ। ਸੋ ਅਗਲਾ ਕੁਐਸਚਨ ਆ ਗਿਆ, ਵਿਚ ਬਲਬ ਵਿਲ ਹੈਵ ਲੋਐਸਟ ਰਜਿਸਟੈਂਸ। ਲੋਐਸਟ ਰਜਿਸਟੈਂਸ ਕਿਹੜੇ ਬਲਬ ਦੀ ਹੁੰਦੀ ਜੀ? ਤਾਂ ਕੀ ਹੈ ਜੀ 240 ਵੋਲਟ 500 ਵਾਟ ਦਾ ਜਿਹੜਾ ਬਲਬ ਆ ਇਹਦੀ ਰਜਿਸਟੈਂਸ ਕੀ ਹੋਊਗੀ? ਲੋ ਹੋਊਗੀ, ਕਿਉਂਕਿ ਕੀ ਹੈ ਜੀ ਇਹਦੇ ਵਿੱਚੋਂ ਕੀ ਆ ਕਰੰਟ ਹਾਈਐਸਟ ਮਾਤਰਾ। ਹੁਣ ਇਹ ਕੀ ਆ 500 ਵਾਟ ਦਾ ਬਲਬ ਆ, 500 ਵਾਟ ਦੇ ਬਲਬ ਨੂੰ ਚੱਲਣ ਦੇ ਲਈ, ਠੀਕ ਆ ਜੀ 500 ਵਾਟ ਦੇ ਬਲਬ ਨੂੰ ਜਗਣ ਦੇ ਲਈ ਕਰੰਟ ਕਿੰਨਾ ਚਾਹੀਦਾ? ਕਰੰਟ ਜ਼ਿਆਦਾ ਹੀ ਚਾਹੀਦਾ ਗਾ। ਜੇ ਜ਼ਿਆਦਾ ਕਰੰਟ ਚਾਹੀਦਾ ਗਾ ਤਾਂ ਰਜਿਸਟੈਂਸ ਕਿੰਨੀ ਹੋਊਗੀ? ਇਹਦੀ ਘੱਟ ਹੋਊਗੀ। ਠੀਕ ਹੈ, ਜੇ ਰਜਿਸਟੈਂਸ ਘੱਟ ਹੋਊਗੀ ਤਾਂ ਹੀ ਉੱਥੇ ਤੱਕ ਜ਼ਿਆਦਾ ਕਰੰਟ ਪਹੁੰਚ ਰਿਹਾ ਹੈਗਾ। ਠੀਕ ਹੈ ਜੀ, ਇਸ ਕਰਕੇ 500 ਵਾਟ ਦਾ ਜਿਹੜਾ ਆਪਣਾ ਬੱਲਬ ਹੈਗਾ ਇਹਦੀ ਰਜਿਸਟੈਂਸ ਕੀ ਹੋਊਗੀ? ਲੋਐਸਟ ਹੋਊਗੀ ਐਜ਼ ਕੰਪੇਅਰ ਟੂ 60 ਵਾਟ। ਇਹਦੀ ਰਜਿਸਟੈਂਸ ਜ਼ਿਆਦਾ ਹੋਣੀ ਹੈ। ਰਾਜੇ ਜੇ ਰਜਿਸਟੈਂਸ ਇਹਦੀ ਜ਼ਿਆਦਾ ਗਈ ਤਾਂ ਹੀ ਇਹ ਬਿਜਲੀ ਜ਼ਿਆਦਾ ਫੂਕੂਗਾ। ठीक है जी, अगे आ गया 66वां क्वेश्चन, कैलकुलेट द वैल्यू ऑफ रजिस्टेंस कनैक्टड टू सप्लाई वोल्टेज 100 वोल्ट एंड करंट 4 एम्पेयर। ਹੁਣ ਆਪਾਂ ਨੇ ਰਜਿਸਟੈਂਸ ਕੱਢਣੀ ਹੈ ਜੀ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਪਤਾ ਜੀ, ਵੋਲਟੇਜ ਦੇ ਰੱਖੀ ਆ। ਵੋਲਟੇਜ ਕਿੰਨੀ ਦੇ ਰੱਖੀ ਆ? 100 ਵੋਲਟ। ਠੀਕ ਹੈ ਜੀ, ਆਪਾਂ ਨੂੰ ਆਈ ਦੀ ਵੈਲਿਊ ਦੇ ਰੱਖੀ ਆ, ਕਿੰਨੀ ਦੇ ਰੱਖੀ ਆ? 4 ਐਂਪੀਅਰ। ਤਾਂ ਆਪਾਂ ਨੇ ਕੀ ਆ ਰਜਿਸਟੈਂਸ ਕੱਢੀ ਆ। ਰਜਿਸਟੈਂਸ ਦਾ ਫਾਰਮੂਲਾ ਕੀ ਹੁੰਦਾ ਜੀ? ਆਰ ਕੱਢਣ ਦਾ ਫਾਰਮੂਲਾ ਹੁੰਦਾ V/I। ਸੋ V ਆਪਣੀ ਕਿੰਨੀ ਆ ਜੀ? 100 ਵੋਲਟ। आई किन्ना करंट किन्ना गा? 4 एम्पेयर। सो आप जब इनू कटावे 4 एकम 4 25 चौका 100। सो रजिस्टेंस किन्नी आ गई अपनी? 25 ओम आ गई जी। सी आंसर आ गया अपना। सो उस तो बाद आ गया अगला क्वेश्चन आ गया जी अपना, वट इज़ द SI यूनिट ऑफ स्पैसिफिक रजिस्टेंस। स्पैसिफिक रजिस्टेंस के SI यूनिट की होंगे जी? SI यूनिट होंगे ने ओम मीटर। ठीक है जी, ओम मीटर होंगे ने जी स्पैसिफिक रजिस्टेंस के SI यूनिट। सो इस तो बाद अगला क्वेश्चन आ गया अपना, वट इज़ द स्पैसिफिक रजिस्टेंस वैल्यू ऑफ कॉपर कंडक्टर। हुण की है कॉपर का कंडक्टर आ। सो की है जी एदी आपां नूं की है जी स्पैसिफिक रजिस्टेंस वैल्यू किन्नी हुंदी है? तो यदी स्पैसिफिक रजिस्टेंस वैल्यू हुंदी है जी 1.72 माइक्रो ओम पर सेंटीमीटर स्क्वायर। ये आपां नूं याद रखनी चाहिए ने जी। सो की है एक अपने लवे एलूमीनीयम आ जाती है जी। एलूमीनीयम, एलूमीनीयम की स्पैसिफिक रजिस्टेंस कितनी होंगी है जी? एलूमीनीयम की स्पैसिफिक रजिस्टेंस कितनी होंगी हैगी? ये कमेंट बॉक्स के तुसीं ने दसना जी। एलूमीनीयम की, एलूमीनीयम का अपना की है जी कॉपर एलूमीनीयम का कंडक्टर आ। एलूमीनीयम के कंडक्टर की स्पैसिफिक रजिस्टेंस कितनी होंगी हैगी? ये तुसीं ने कमेंट बॉक्स के दसना गा। सो की है कॉपर कंडक्टर की कितनी होंगी है जी? 1.72 माइक्रो ओम पर सेंटीमीटर स्क्वायर। ठीक है जी, उस तो बाद अगला क्वेश्चन आ गया अपना, वट इज़ द इफेक्ट इन रजिस्टेंस ऑफ द कंडक्टर इफ इट्स डायामीटर इज़ डबल्ड। कहते जी जे किसी कंडक्टर का डायामीटर है उन्होंने डबल कर दिता जाए तो वो रजिस्टेंस से की इफेक्ट पऊगा? तो वो रजिस्टेंस की हो जूगी जी? डायामीटर डबल करन दे नाल रजिस्टेंस की है जी डिक्रीज़ हो जूगी, घट जूगी। किन्नी? 1/4।
उस वैल्यू की 1/4 हो जूगी ਉਹਦੀ ਰੈਜ਼ਿਸਟੈਂਸ ਜੇ ਉਹਦਾ ਡਾਇਆਮੀਟਰ ਕੀ ਆਪਾਂ ਡਬਲ ਕਰ ਦਾਂਗੇ। ਓਬਵੀਅਸ ਜੀ ਗੱਲ ਆ, ਸਿੱਧੀ ਜੀ ਗੱਲ ਆ ਰਾਜੇ, ਜੇ ਆਪਾਂ ਆਹ ਪਾਈਪ ਹੈ ਠੀਕ ਹੈ ਜੀ, ਆਹ ਪਾਈਪ ਦਾ ਡਾਇਆਮੀਟਰ ਕਿੰਨਾ ਗਾ D ਹੈਗਾ, ਤਾਂ ਇਹਦੇ 'ਚੋਂ ਪਾਣੀ ਫਲੋ ਕਰ ਰਹੇ ਹੈਗਾ ਠੀਕ ਹੈ। ਹੁਣ ਜੇ ਇਸੇ ਡਾਇਆਮੀਟਰ ਨੂੰ ਮੈਂ ਮਤਲਬ ਕੀ ਆ 2D ਕਰਦਾ ਤਾਂ ਕੀ ਆ ਜੀ ਪਾਣੀ ਵੱਧ ਹੀ ਫਲੋ ਹੋਊਗਾ ਠੀਕ ਹੈ ਜੀ। ਜਾਣੀ ਕਿ ਜੇ ਪਾਣੀ ਵੱਧ ਫਲੋ ਹੋਊਗਾ ਤਾਂ ਕੀ ਆ ਰੈਜ਼ਿਸਟੈਂਸ ਕੀ ਹੋਊਗੀ, ਘਟੂਗੀ ਜਾਂ ਵਧੂਗੀ, ਇਹਨੂੰ ਰੋਕ ਵਧੂਗੀ ਜਾਂ ਘਟੂਗੀ, ਤਾਂ ਰੋਕ ਤਾਂ ਓਬਵੀਅਸ ਜੀ ਗੱਲ ਆ ਗਈ ਘਟੂਗੀ, ਡਿਕਰੀਜ਼ ਹੋਊਗੀ। ਡਾਇਆਮੀਟਰ ਇਨਕਰੀਜ਼ ਹੋਣ ਦੇ ਨਾਲ ਕੀ ਆ ਜੀ ਆਪਣੀ ਰੈਜ਼ਿਸਟੈਂਸ ਘਟਦੀ ਹੈ ਜੀ। ਸੋ ਅਗਲਾ ਆ ਗਿਆ ਆਪਣਾ 70ਵਾਂ ਕੁਐਸਚਨ ਆ ਗਿਆ ਜੀ, ਵਿਚ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਰੈਜ਼ਿਸਟੈਂਸ। ਹੁਣ ਰੈਜ਼ਿਸਟੈਂਸ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਕੀ ਹੁੰਦਾ ਜੀ, ਰੈਜ਼ਿਸਟੈਂਸ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹਮੇਸ਼ਾ ਹੁੰਦੀ ਹੈ ਜੀ ਉਹਦੀ ਲੈਂਥ ਠੀਕ ਹੈ ਜੀ। ਲੈਂਥ ਕਿਸੇ ਕੰਡਕਟਰ ਦੀ ਲੈਂਥ ਉਸ ਕੰਡਕਟਰ ਦੀ ਰੈਜ਼ਿਸਟੈਂਸ ਦੇ ਹਮੇਸ਼ਾ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗੀ। ਮਤਲਬ ਕੀ ਹੈ ਜੇ ਕਰੰਟ ਕਿਸੇ ਵੀ ਕੰਡਕਟਰ ਦੀ ਲੈਂਥ ਵੱਧ ਰਹੀ ਹੈ ਰਾਜੇ ਤਾਂ ਉਹਦੀ ਰੈਜ਼ਿਸਟੈਂਸ ਵੀ ਕੀ ਹੈ ਜੀ ਇਨਕਰੀਜ਼ ਹੁੰਦੀ ਜਾਊਗੀ, ਰੈਜ਼ਿਸਟੈਂਸ ਵੀ ਇਨਕਰੀਜ਼ ਹੋਊਗੀ ਠੀਕ ਹੈ ਜੀ। ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗੀ ਰੈਜ਼ਿਸਟੈਂਸ ਲੈਂਥ ਦੀ। ਸੋ ਅਗਲਾ ਕੁਐਸਚਨ ਆ ਗਿਆ, ਵਾਟ ਇਜ਼ ਦਾ ਟੋਟਲ ਰੈਜ਼ਿਸਟੈਂਸ ਇਫ R1 R2 R3 ਆਰ ਕਨੈਕਟਡ ਇਨ ਸੀਰੀਜ਼ ਠੀਕ ਹੈ ਜੀ। ਜੇ ਕਹਿੰਦੇ ਜੀ ਆਪਣੇ ਕੰਡਕਟਰਾਂ ਨੂੰ ਸੀਰੀਜ਼ ਦੇ ਵਿੱਚ ਕਨੈਕਟ ਕੀਤਾ ਗਿਆ ਗਾ, ਕੰਡਕਟਰਾਂ ਨੂੰ ਕੀ ਕੀਤਾ ਗਿਆ ਸੀਰੀਜ਼ ਦੇ ਵਿੱਚ ਕੰਡਕਟ ਕੀਤਾ ਗਿਆ ਗਾ। ਆ ਹੁਣ ਕੰਡਕਟਰ ਨੇ ਆਪਣੇ ਠੀਕ ਆ ਜੀ R1 R2 ਤੇ R3 ਇਹਨਾਂ ਨੂੰ ਸੀਰੀਜ਼ ਦੇ ਵਿੱਚ ਕੰਡਕਟ ਕੀਤਾ ਗਿਆ ਤਾਂ ਟੋਟਲ ਰੈਜ਼ਿਸਟੈਂਸ ਹੈ ਜਿਹੜੀ RT ਇਹ ਕਿੰਨੀ ਹੋਊਗੀ ਠੀਕ ਹੈ ਜੀ। ਜਿਹੜੀ ਕੀ ਹੈ ਜੀ ਆਪਾਂ ਸੀਰੀਜ਼ ਦੇ ਵਿੱਚ ਕੀ ਹੈ ਇੱਕ ਸਿੱਧੀ ਲਾਈਨ ਦੇ ਵਿੱਚ ਆਪਾਂ ਨੇ ਕਨੈਕਟ ਕੀਤਾ, ਸਿੱਧੀ ਲਾਈਨ ਦੇ ਵਿੱਚ ਕਨੈਕਟ ਕਿਵੇਂ ਹੋਣਗੇ ਜੀ R1 + R2 + R3 ਸੀਰੀਜ਼ ਦੇ ਵਿੱਚ ਤਾਂ ਇਦਾਂ ਹੀ ਟੋਟਲ ਰੈਜ਼ਿਸਟੈਂਸ ਆਪਣੀ ਨਿਕਲਦੀ ਆ। ਸੋ ਇਹ ਆਨਸਰ ਆ ਗਿਆ। ਇਹ ਕਾਹਦਾ ਜੀ, ਇਹ ਕਾਹਦੇ 'ਚ ਹੈ ਜੀ ਪੈਰਲਲ ਦੇ ਵਿੱਚ। ਜਦ ਆਪਾਂ ਨੇ ਕੀ ਹੈ ਜੀ ਪੈਰਲਲ ਦੇ ਵਿੱਚ ਰੈਜ਼ਿਸਟੈਂਸ ਲਾਈ ਹੋਈ ਹੈਗੀ ਤਾਂ ਕੀ ਹੈ ਜੀ ਤਾਂ ਆਪਣੀ ਟੋਟਲ ਰੈਜ਼ਿਸਟੈਂਸ ਇੱਦਾਂ ਨਿਕਲਣੀ ਹੈਗੀ ਠੀਕ ਹੈ ਜੀ। ਆਹ ਆਪਸ਼ਨਾਂ ਗਲਤ ਨੇ ਜੀ, ਪੈਰਲਲ ਦਾ ਇਹ ਆਊਗਾ ਟੋਟਲ ਰੈਜ਼ਿਸਟੈਂਸ ਕੱਢਣ ਵਾਸਤੇ ਫਾਰਮੂਲਾ ਠੀਕ ਆ, ਸੀਰੀਜ਼ ਦਾ ਇਹ ਆ ਗਿਆ ਜੀ, ਇਹ ਆਪਣਾ ਆਨਸਰ ਆ। ਸੋ ਅੱਜ ਦੇ ਲਈ ਬਸ ਇੰਨਾ ਹੀ। ਅੱਗੇ ਆਪਾਂ 71 ਕੁਐਸਚਨ ਅੱਜ ਕਰ ਚੁੱਕੇ ਹਾਂ, 51 ਤੋਂ ਲੈ ਕੇ 71 ਕੁਐਸਚਨ ਆਪਾਂ ਨੇ ਕੀਤੇ ਨੇ, ਟੋਟਲ 20 ਕੁਐਸਚਨ ਕਰ ਲਏ ਨੇ ਰਾਜੇ ਆਪਾਂ ਨੇ। ਅਗਲੀ ਵੀਡੀਓ ਦੇ ਵਿੱਚ ਆਪਾਂ 72 ਤੋਂ ਲੈ ਕੇ ਨੈਕਸਟ ਜਿੰਨੇ ਵੀ ਕੁਐਸਚਨ ਹੁੰਦੇ ਹੋਣਗੇ ਆਪਾਂ ਕਰਾਂਗੇ। ਸੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਰਾਜੇ, ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਰਾਜੇ।